ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਬਾਈਡਨ ਨੇ 1000 ਅਰਬ ਡਾਲਰ ਦੇ ਬੁਨਿਆਦੀ ਢਾਂਚੇ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਕੀਤੀ ਪ੍ਰਸ਼ੰਸਾ। ਭਾਰਤੀ ਪੰਜਾਬੀ ਪ੍ਰਵਾਸੀਆਂ ਨੂੰ ਰਾਹਤ। ਆਸਟ੍ਰੇਲੀਆ ਵਿੱਚ ਖੇਤ ਮਜ਼ਦੂਰਾਂ ਨੂੰ ਹੁਣ ਮਿਲਣਗੇ ਘੰਟੇ ਦੇ $25। ਦੀਵਾਲੀ ਰਾਤ ਹੋਏ ਹਾਦਸੇ ਵਿੱਚ 21 ਸਾਲਾ ਰਵਿੰਦਰ ਸਿੰਘ ਦੀ ਮੌਤ। ਅਮਰੀਕਾ ਕੋਲਿਨ ਪਾਵੇਲ ਨੂੰ ਫਿਊਨਰਲ ਮੌਕੇ ਦਿੱਤੀ ਗਈ ਸ਼ਰਧਾਂਜਲੀ। ਪਣਡੁੱਬੀ ਨੁਕਸਾਨ ਮਾਮਲੇ ਵਿੱਚ ਅਮਰੀਕੀ ਨੇਵੀ ਨੇ ਕੀਤੀ ਕਾਰਵਾਈ। ਮੈਕਸੀਕੋ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 19 ਲੋਕਾਂ ਦੀ ਮੌਤ। ਅਮਰੀਕਾ 'ਚ ਇੱਕ ਚੀਨੀ ਜਾਸੂਸ ਨੂੰ ਖੁਫੀਆ ਜਾਣਕਾਰੀ ਚੋਰੀ ਕਰਨ ਦੇ ਮਾਮਲੇ ਵਿੱਚ ਕੀਤਾ ਗਿਆ ਦੋਸ਼ੀ ਕਰਾਰ। ਅਮਰੀਕਾ 'ਚ ਕੁਝ ਸ਼ਹਿਰਾਂ ਵਿੱਚ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਈ ਕੀਤੀ ਜਾ ਰਹੀ ਹੈ $100 ਦੀ ਪੇਸ਼ਕਸ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਾਂਗਰਸ ਵੱਲੋਂ 1000 ਅਰਬ ਡਾਲਰ ਦੇ ਬੁਨਿਆਦੀ ਢਾਂਚੇ ਦੇ ਪੈਕੇਜ ਨੂੰ ਪਾਸ ਕਰਨ ਲਈ ਕਾਂਗਰਸ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਇਸ ਨੂੰ ਰਾਸ਼ਟਰ ਨੂੰ ਅੱਗੇ ਲਿਜਾਣ ਵਾਲਾ ਇਤਿਹਾਸਕ ਕਦਮ ਕਰਾਰ ਦਿੱਤਾ ਹੈ। ਇਸ ਪੈਕੇਜ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਸੀ ਤੇ ਡੈਮੋਕ੍ਰੇਟ ਮੈਂਬਰਾਂ ਦਰਮਿਆਨ ਚੱਲ ਰਹੇ ਮਤਭੇਦ ਦਾ ਹੱਲ ਕਰਨ ਦਾ ਸਫਲਤਾ ਪ੍ਰਾਪਤ ਹੋਈ। ਬਾਈਡਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਆਖਰਕਾਰ ਬੁਨਿਆਦੀ ਢਾਂਚਾ ਹਫ਼ਤਾ ਸਾਬਤ ਹੋਇਆ। मैं इसनूं बुनियादी ढांचा हफ्ता कह के बहुत खुश हाँ। ਜ਼ਿਕਰਯੋਗ ਹੈ ਕਿ ਪ੍ਰਤੀਨਿਧੀ ਸਭਾ ਨੇ ਸ਼ੁੱਕਰਵਾਰ ਦੇਰ ਰਾਤ ਇਸ ਪੈਕੇਜ ਨੂੰ 206 ਦੇ ਮੁਕਾਬਲੇ 228 ਵੋਟਾਂ ਨਾਲ ਮਨਜ਼ੂਰੀ ਦਿੱਤੀ, ਜੋ ਡੈਮੋਕ੍ਰੈਟਿਕ ਪਾਰਟੀ ਲਈ ਰਾਹਤ ਲੈ ਕੇ ਆਇਆ ਹੈ। ਸੰਬੰਧਿਤ ਬਿੱਲ ਨੂੰ 13 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਸਮਰਥਨ ਦਿੱਤਾ, ਜਦਕਿ 6 ਡੈਮੋਕ੍ਰੇਟ ਮੈਂਬਰ ਜਿਨ੍ਹਾਂ ਨੂੰ ਖੱਬੇ ਪੱਖੀ ਮੰਨਿਆ ਜਾਂਦਾ ਹੈ ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਇਸ ਨਾਲ ਸੰਬੰਧਿਤ ਬਿੱਲ ਤੇ 15 ਨਵੰਬਰ ਨੂੰ ਸੈਨੇਟ ਵਿੱਚ VOTING ਹੋਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਵਿੱਚ ਖੇਤ ਮਜ਼ਦੂਰਾਂ ਨੂੰ ਹੁਣ ਘੱਟੋ-ਘੱਟ $25 ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ। ਪਹਿਲਾਂ ਉਹਨਾਂ ਨੂੰ ਕੇਵਲ $3 ਹੀ ਮਿਲਦੇ ਸਨ। ਮੁਲਕ ਦੇ ਕਿਰਤ ਕਾਨੂੰਨਾਂ ਦੀ ਰਾਖੀ ਕਰਦੇ ਫੇਅਰ ਵਰਕ ਕਮਿਸ਼ਨ ਨੇ ਖੇਤੀ ਕਾਮਿਆਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ। ਕਮਿਸ਼ਨ ਅਨੁਸਾਰ ਮਾਲਕਾਂ ਨੇ ਕਾਮਿਆਂ ਦਾ ਵਿਆਪਕ ਸ਼ੋਸ਼ਣ ਕੀਤਾ। ਆਸਟ੍ਰੇਲੀਅਨ ਵਰਕਰਸ ਯੂਨੀਅਨ ਦੇ ਰਾਸ਼ਟਰੀ ਸਕੱਤਰ ਡੈਨੀਅਲ ਵਾਲਟਨ ਨੇ ਕਿਹਾ ਕਿ ਇਹ ਫੈਸਲਾ ਯੂਨੀਅਨ ਦੇ 135 ਸਾਲਾਂ ਦੇ ਇਤਿਹਾਸ ਦੀਆਂ ਮਹਾਨ ਜਿੱਤਾਂ ਵਿੱਚੋਂ ਇੱਕ ਹੈ। ਉਹ ਪ੍ਰਵਾਸੀ ਕਾਮੇ ਜਿਹੜੇ ਮਾਲਕਾਂ ਤੇ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਦੇ ਸਨ ਵੀ ਕਾਨੂੰਨ ਦੇ ਘੇਰੇ ਵਿੱਚ ਨੇ। ਜ਼ਿਕਰਯੋਗ ਹੈ ਕਿ ਖੇਤਾਂ ਵਿੱਚ ਆਰਥਿਕ ਲੁੱਟ ਦਾ ਸ਼ਿਕਾਰ ਘੱਟ ਅੰਗਰੇਜ਼ੀ ਜਾਣਨ ਵਾਲੇ ਕੱਚੇ ਆਰਜ਼ੀ ਵੀਜ਼ਾ ਧਾਰਕ ਤੇ ਵਿਦਿਆਰਥੀ ਬਣਦੇ ਹਨ। ਇਨ੍ਹਾਂ ਵਿੱਚ ਭਾਰਤੀ ਪੰਜਾਬੀ ਪ੍ਰਵਾਸੀਆਂ ਦੀ ਵੱਡੀ ਗਿਣਤੀ ਹੈ। ਯੂਨੀਅਨ ਨੂੰ ਉਮੀਦ ਹੈ ਕਿ ਕਮਿਸ਼ਨ ਰਾਹੀਂ ਮਿਲੀ ਜਿੱਤ ਤੋਂ ਬਾਅਦ ਹੁਣ ਹੋਰ ਆਸਟ੍ਰੇਲੀਆਈ ਵੀ ਖੇਤੀ ਦੇ ਕੰਮਾਂ ਵਿੱਚ ਜੁਟਣਗੇ। ਕਈ ਕਾਮਿਆਂ ਨੂੰ ਤਾਂ ਨਾ ਮਾਤਰ $3 ਹੀ ਮਿਲਦੇ ਸਨ। ਬਾਗਵਾਨੀ, ਫਲਾਂ ਸਬਜ਼ੀਆਂ ਦੀ ਤੁੜਾਈ, ਪੈਕਿੰਗ, ਬੇਲਾਂ ਬੰਨਣੀਆਂ ਆਦਿ ਦਾ ਕੰਮ ਵਿਦੇਸ਼ੀ ਕੱਚੇ ਕਾਮਿਆਂ ਤੇ ਨਿਰਭਰ ਕਰਦਾ ਸੀ। ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਰਨ ਵਿਦੇਸ਼ਾਂ ਤੋਂ ਵਰਕਰ ਨਹੀਂ ਆਏ। ਸਥਾਨਕ ਆਸਟ੍ਰੇਲੀਅਨ ਕਾਮਿਆਂ ਨੇ ਘੱਟ ਤਨਖਾਹ ਹੋਣ ਕਰਕੇ ਖੇਤਾਂ ਵਿੱਚ ਪੈਰ ਨਹੀਂ ਪਾਏ। ਇਸ ਕਾਰਨ ਕਾਸ਼ਤਕਾਰਾਂ ਤੇ ਕਾਰੋਬਾਰੀਆਂ ਨੂੰ ਕਾਮਿਆਂ ਦੀ ਭਾਰੀ ਕਿੱਲਤ ਝੱਲਣੀ ਪਈ। ਕੇਂਦਰੀ ਖੇਤੀਬਾੜੀ ਮੰਤਰੀ ਡੇਵਿਡ ਲਿਟਲ ਪ੍ਰਾਊਡ ਨੇ ਕਿਹਾ ਕਿ ਉਹ ਕਮਿਸ਼ਨ ਦੀ ਭੂਮਿਕਾ ਦਾ ਸਨਮਾਨ ਕਰਦੇ ਨੇ ਅਤੇ ਫੈਸਲੇ ਦਾ ਮੁਲਾਂਕਣ ਕਰਨਗੇ। ਬਰੈਂਪਟਨ ਵਿਖੇ ਦੀਵਾਲੀ ਵਾਲੀ ਰਾਤ ਸਟੀਲਲੈਸ ਐਡਵਾਂਸ ਲਾਗੇ ਇੱਕ ਵੇਅਰ ਹਾਊਸ ਵਿੱਚ ਹੋਏ ਟਰੱਕ ਟ੍ਰੈਲਰ ਹਾਦਸੇ ਵਿੱਚ ਉੱਥੇ ਸਿਕਿਉਰਿਟੀ ਗਾਰਡ ਦੀ ਕੰਮ ਕਰਦੇ ਰਵਿੰਦਰ ਸਿੰਘ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਵਿੰਦਰ ਸਿੰਘ ਵੇਅਰ ਹਾਊਸ ਵਿਖੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ। ਉਹ ਮਹਿਜ਼ 21 ਸਾਲ ਦਾ ਸੀ। ਜਦੋਂ ਉਹ ਇੱਕ ਟ੍ਰੈਲਰ ਦਾ 에ਅਰਲਾਈਨ ਲੋਕ ਖੋਲ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟ੍ਰੈਲਰ ਨਾਲ ਹੁੱਕ ਕਰ ਦਿੱਤਾ, ਜਿਸ ਕਾਰਨ ਰਵਿੰਦਰ ਸਿੰਘ ਟਰੱਕ ਅਤੇ ਟ੍ਰੈਲਰ ਵਿਚਕਾਰ ਆ ਗਿਆ। ਇਸ ਹਾਦਸੇ ਵਿੱਚ ਰਵਿੰਦਰ ਦੀ ਮੌਕੇ ਤੇ ਮੌਤ ਹੋ ਗਈ। ਰਵਿੰਦਰ 2019 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ ਤੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸੀ। ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਉਸ ਨੂੰ ਜਾਣਨ ਵਾਲਿਆਂ ਨੂੰ ਬੇਹੱਦ ਧੱਕਾ ਲੱਗਿਆ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਅਮਰੀਕਾ ਦੇ ਰਿਟਾਇਰਡ ਜਨਰਲ ਕੋਲਿਨ ਪਾਵੇਲ, ਜੋ ਕਿ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਵਜੋਂ ਸੇਵਾ ਕਰਨ ਵਾਲੇ ਪਹਿਲੇ ਅਫਰੀਕੀ ਅਮਰੀਕੀ ਦੇ ਨਾਮ ਨਾਲ ਕਾਲੇ ਮੂਲ ਦੇ ਪਹਿਲੇ ਸੈਕਟਰੀ ਆਫ ਸਟੇਟ ਸਨ, ਨੂੰ ਵਾਸ਼ਿੰਗਟਨ ਨੈਸ਼ਨਲ ਕੈਥੇਡਰਲ ਵਿੱਚ ਸ਼ੁੱਕਰਵਾਰ ਨੂੰ ਉਹਨਾਂ ਦੀ ਫਿਊਨਰਲ ਮੌਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਉਹਨਾਂ ਨੂੰ ਇੱਕ ਰਾਜਨੇਤਾ, ਇੱਕ ਯੋਧਾ ਵਜੋਂ ਯਾਦ ਕੀਤਾ ਗਿਆ। ਪਾਵੇਲ ਦੀ ਪਿਛਲੇ ਮਹੀਨੇ ਕੋਵਿਡ-19 ਦੀਆਂ ਪੇਚੀਦਗੀਆਂ ਕਾਰਨ 84 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਹਾਲਾਂਕਿ ਉਸ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ, ਪਰ ਉਸ ਦੀ ਇਮਿਊਨ ਪ੍ਰਣਾਲੀ ਕੈਂਸਰ ਦੇ ਇਲਾਜਾਂ ਕਾਰਨ ਕਮਜ਼ੋਰ ਸੀ। ਇਸ ਫਿਊਨਰਲ ਸਮਾਗਮ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਨਾਲ-ਨਾਲ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੌਕੇ ਸਾਬਕਾ ਵਿਦੇਸ਼ ਸਕੱਤਰ ਮੈਡਲੀਨ ਅਲਬ੍ਰਾਈਟ ਅਤੇ ਸਾਬਕਾ ਡਿਪਟੀ ਸੈਕਟਰੀ ਆਫ ਸਟੇਟ ਰਿਚਰਡ ਆਰਮੀਟੇਜ ਦੇ ਨਾਲ-ਨਾਲ ਪਾਵੇਲ ਦੇ ਪੁੱਤਰ ਮਾਈਕਲ ਦੁਆਰਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪਾਵੇਲ ਨੇ 4 ਅਮਰੀਕੀ ਰਾਸ਼ਟਰਪਤੀਆਂ ਰੀਗਨ, ਬੁਸ਼, ਬਿਲ ਕਲਿੰਟਨ ਅਤੇ ਜਾਰਜ ਡਬਲਯੂ ਬੁਸ਼ ਦੇ ਅਧੀਨ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਪਾਵੇਲ ਨੇ ਪਹਿਲਾਂ ਡਿਪਟੀ ਨੈਸ਼ਨਲ ਸੁਰੱਖਿਆ ਸਲਾਹਕਾਰ ਅਤੇ ਫਿਰ ਨੈਸ਼ਨਲ ਸੁਰੱਖਿਆ ਸਲਾਹਕਾਰ ਵਜੋਂ ਕੰਮ ਕੀਤਾ। ਬਾਅਦ ਵਿੱਚ ਉਸ ਨੂੰ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ, ਯੂਐਸ ਆਰਮਡ ਫੋਰਸਿਸ ਦੇ ਸੀਨੀਅਰ ਰੈਂਕਿੰਗ ਮੈਂਬਰ ਅਤੇ ਰਾਸ਼ਟਰਪਤੀ ਦੇ ਫੌਜੀ ਸਲਾਹਕਾਰ ਦੇ ਇਲਾਵਾ ਸੈਕਟਰੀ ਆਫ ਸਟੇਟ ਵਜੋਂ ਵੀ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਅਮਰੀਕੀ ਨੇਵੀ ਨੇ ਪਰਮਾਣੂ ਪਣਡੁੱਬੀ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪਰਮਾਣੂ ਪਣਡੁੱਬੀ ਦੇ 2 ਸੀਨੀਅਰ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਦੱਖਣੀ ਚੀਨ ਸਾਗਰ ਵਿੱਚ ਪਿਛਲੇ ਮਹੀਨੇ ਪਾਣੀ ਦੇ ਅੰਦਰ ਹੋਈ ਭਿਆਨਕ ਟੱਕਰ ਵਿੱਚ ਯੂਐਸ ਨੇਵੀ ਨੇ 3 ਨੇਵੀ ਸੈਨਿਕਾਂ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਜਾਪਾਨ ਵਿੱਚ ਸਥਿਤ ਯੂਐਸ 7ਵੇਂ ਬੇੜੇ ਦੇ ਕਮਾਂਡਰ ਵਾਈਸ ਐਡਮਿਰਲ ਕਾਰ ਥਾਮਸ ਦੁਆਰਾ ਕੀਤੀ ਗਈ ਕਾਰਵਾਈ ਵਿੱਚ ਪਣਡੁੱਬੀ ਦੇ ਕਮਾਂਡਿੰਗ ਅਫਸਰ ਕੈਮਰੂਨ ਅਲਜਿਲਾਨੀ, ਐਗਜ਼ੀਕਿਊਟਿਵ ਅਫਸਰ ਪ੍ਰੋਟੈਕਸ਼ਨ ਅਤੇ ਟਾਪ ਲਿਸਟਡ ਨਾਵਿਕ ਕੌਰੀ ਰਾਜਰਸ ਨੂੰ ਬਰਖਾਸਤ ਕਰ ਦਿੱਤਾ ਗਿਆ, ਜੋ ਕਮਾਂਡਰ ਅਤੇ ਕਾਰਜਕਾਰੀ ਅਧਿਕਾਰੀ ਦੇ ਸੀਨੀਅਰ ਸੂਚੀਬੱਧ ਸਲਾਹਕਾਰ ਦੇ ਰੂਪ ਵਿੱਚ ਕਾਰਜ ਕਰਦਾ ਸੀ। ਅਮਰੀਕੀ ਜਲ ਸੈਨਿਕਾਂ ਨੇ ਕਾਰਵਾਈ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਦੱਸਿਆ ਕਿ 2 ਅਕਤੂਬਰ ਨੂੰ ਹੋਈ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਸੀ। ਮੱਧ ਮੈਕਸੀਕੋ ਵਿੱਚ ਸ਼ਨੀਵਾਰ ਨੂੰ ਇੱਕ ਮਾਲਵਾਹਕ ਟਰੱਕ ਨੇ ਹਾਈਵੇ ਸਥਿਤ ਟੋਲ ਬੂਥ ਅਤੇ 6 ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ 19 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੈਕਸੀਕੋ ਦੀ ਫੈਡਰਲ ਰੋਡਸ ਐਂਡ ਬ੍ਰਿਜਸ ਐਂਡ ਰਿਲੇਟਡ ਸਰਵਿਸਿਜ਼ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੈਂਪੂ ਬਣਾਉਣ ਲਈ ਵਰਤੇ ਜਾਣ ਵਾਲੇ ਪਦਾਰਥ ਨੂੰ ਲੈ ਕੇ ਜਾ ਰਹੇ ਇੱਕ ਟਰੱਕ ਦੇ ਬ੍ਰੇਕ ਖਰਾਬ ਹੋ ਗਏ, ਜਿਸ ਕਾਰਨ ਇਹ ਡਿਊਟੀ ਚੌਂਕੀ ਅਤੇ ਹੋਰ ਵਾਹਨਾਂ ਨਾਲ ਟਕਰਾ ਗਿਆ। ਸੋਸ਼ਲ ਮੀਡੀਆ ਤੇ ਸਾਹਮਣੇ ਆਈ ਘਟਨਾ ਦੀਆਂ ਕੁਝ ਵੀਡੀਓਜ਼ ਵਿੱਚ ਟਰੱਕ ਤੋਂ ਬਾਅਦ ਵਾਹਨ ਨੂੰ ਅੱਗ ਲੱਗੀ ਦੇਖੀ ਗਈ ਅਤੇ ਕੁਝ ਵਾਹਨ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ। ਅਮਰੀਕਾ 'ਚ ਇੱਕ ਚੀਨੀ ਜਾਸੂਸ ਨੂੰ ਹਵਾਬਾਜ਼ੀ ਖੇਤਰ ਦੀ ਖੁਫੀਆ ਜਾਣਕਾਰੀ ਚੋਰੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਆਂ ਵਿਭਾਗ ਨੇ ਦੱਸਿਆ, ਅਮਰੀਕੀ ਫੈਡਰਲ ਜਿਊਰੀ ਨੇ ਚੀਨੀ ਨਾਗਰਿਕ ਯਾਨ ਜੂਨ ਸੂ ਨੂੰ ਆਰਥਿਕ ਜਾਸੂਸੀ ਦੀ ਸਾਜ਼ਿਸ਼ ਰਚਣ ਅਤੇ ਕਾਰੋਬਾਰੀ ਖੁਫੀਆ ਜਾਣਕਾਰੀ ਚੋਰੀ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਹੈ। ਉਹ ਪਹਿਲਾਂ ਚੀਨੀ ਜਾਸੂਸ ਹੈ ਜਿਸ ਨੂੰ ਸੁਣਵਾਈ ਦਾ ਸਾਹਮਣਾ ਕਰਨ ਲਈ ਅਮਰੀਕਾ ਹਵਾਲਗੀ ਤਹਿਤ ਭੇਜਿਆ ਗਿਆ। ਨਿਆਂ ਵਿਭਾਗ ਦੇ ਸਹਾਇਕ ਅਟਾਰਨੀ ਜਨਰਲ ਮੈਥਿਊ ਓਲਸੇਨ ਨੇ ਕਿਹਾ, ਆਰਥਿਕ ਅਪਰਾਧ ਲਈ ਚੀਨ ਦੇ ਖੁਫੀਆ ਅਧਿਕਾਰੀ ਨੂੰ ਦੋਸ਼ੀ ਠਹਿਰਾਏ ਜਾਣ ਨਾਲ ਇਹ ਸਿੱਧ ਹੁੰਦਾ ਹੈ ਕਿ ਕਾਰੋਬਾਰੀ ਜਾਣਕਾਰੀ ਦੀ ਚੋਰੀ ਕਰਨੀ ਚੀਨ ਦੇ ਆਪਣੇ ਉਦਯੋਗ ਦੇ ਆਧੁਨਿਕੀਕਰਨ ਦੀ ਯੋਜਨਾ ਨਾਲ ਜੁੜਿਆ ਹੈ। ਚੀਨੀ ਜਾਸੂਸ ਜਾਨ ਜੂਨ ਨੂੰ ਅਪ੍ਰੈਲ 2018 ਵਿੱਚ ਬੈਲਜੀਅਮ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਜਿਨ੍ਹਾਂ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਉਹਨਾਂ ਵਿੱਚ ਉਸ ਨੂੰ 15 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਅਮਰੀਕਾ ਵਿੱਚ ਸਿਹਤ ਏਜੰਸੀਆਂ ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਫਾਈਜ਼ਰ ਕੋਰੋਨਾ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਸਿਹਤ ਅਧਿਕਾਰੀਆਂ ਵੱਲੋਂ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਕੋਵਿਡ-19 ਦਾ ਟੀਕਾਕਰਨ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਇਸੇ ਪ੍ਰਕਿਰਿਆ ਤਹਿਤ ਅਮਰੀਕਾ ਦੇ ਕੁਝ ਸ਼ਹਿਰਾਂ ਵਿੱਚ ਜਿਵੇਂ ਕਿ ਸ਼ਿਕਾਗੋ ਅਤੇ ਨਿਊਯਾਰਕ ਵਿੱਚ ਹੁਣ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ $100 ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਵੀਰਵਾਰ ਨੂੰ ਕਿਹਾ ਕਿ ਨਿਊਯਾਰਕ ਸਿਟੀ ਨੇ ਕੋਵਿਡ-19 ਵੈਕਸੀਨ ਲੈਣ ਦੇ ਯੋਗ ਦੂਜੇ ਉਮਰ ਸਮੂਹਾਂ ਨੂੰ ਵਿੱਤੀ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ, ਪਰ 5 ਤੋਂ 11 ਸਾਲ ਦੇ ਬੱਚੇ ਵੀ ਹੁਣ ਪੈਸੇ ਲਈ ਯੋਗ ਹਨ। ਨਿਊਯਾਰਕ ਸਿਟੀ ਨੂੰ ਅਗਲੇ ਕੁਝ ਦਿਨਾਂ ਵਿੱਚ 3,30,000 ਵੈਕਸੀਨ ਦੀਆਂ ਖੁਰਾਕਾਂ ਪ੍ਰਾਪਤ ਹੋਣ ਦੀ ਉਮੀਦ ਹੈ ਅਤੇ ਅਗਲੇ ਹਫ਼ਤੇ ਸ਼ਹਿਰ ਦੇ ਆਲੇ ਦੁਆਲੇ ਦੇ ਸਕੂਲਾਂ ਵਿੱਚ ਇੱਕ ਰੋਜ਼ਾ ਕੋਰੋਨਾ ਟੀਕਾਕਰਨ ਕਲੀਨਿਕ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਸ਼ਿਕਾਗੋ ਦੇ ਸਿਹਤ ਅਧਿਕਾਰੀ ਵੀ 5 ਤੋਂ 11 ਸਾਲ ਦੇ ਬੱਚਿਆਂ ਲਈ ਪਰਿਵਾਰ ਨੂੰ $100 ਦੇ ਗਿਫਟ ਕਾਰਡ ਦੀ ਪੇਸ਼ਕਸ਼ ਕਰ ਰਹੇ ਨੇ। ਇਸ ਤੋਂ ਇਲਾਵਾ
ਸਾਨ ਐਂਟੋਨੀਓ ਲੂਸੀਆਨਾ ਵਿੱਚ ਵੀ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਾਲੇ ਪਰਿਵਾਰ ਨੂੰ $100 ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਸਥਿਤ ਹਿਊਸਟਨ ਵਿੱਚ ਐਸਟ੍ਰੋ ਵਰਲਡ ਮਿਊਜ਼ਿਕ ਫੈਸਟੀਵਲ ਦੌਰਾਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ, ਹੋਰ ਜ਼ਖਮੀ ਹੋ ਗਏ। ਹਿਊਸਟਨ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਸੈਮੂਏਲ ਪੈਨੇਆ ਨੇ ਮ੍ਰਿਤਕਾਂ ਦੀ ਗਿਣਤੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਘਟਨਾ ਰਾਤ ਤਕਰੀਬਨ 9 ਵਜੇ ਵਾਪਰੀ ਜਦੋਂ ਲੋਕ ਸਟੇਜ ਵੱਲ ਆਉਣ ਲਈ ਇੱਕ ਦੂਜੇ ਨੂੰ ਧੱਕੇ ਮਾਰਨ ਲੱਗੇ। ਪੈਨਿਆ ਨੇ ਕਿਹਾ ਕਿ ਸਾਨੂੰ ਸ਼ੁਰੂਆਤੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਭੀੜ ਸਟੇਜ ਵੱਲ ਵੱਧ ਰਹੀ ਸੀ, ਇਸ ਕਾਰਨ ਲੋਕ ਇੱਕ ਦੂਜੇ ਨੂੰ ਕੁਚਲਣ ਲੱਗੇ। ਇਸ ਕਾਰਨ ਉੱਥੇ ਹਫੜਾ ਦਫੜੀ ਦੀ ਸਥਿਤੀ ਬਣ ਗਈ ਤੇ ਕਈ ਲੋਕਾਂ ਦੇ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਤਕਰੀਬਨ 17 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਚੋਂ 11 ਲੋਕਾਂ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਪਾਈ ਗਈ। ਉਹਨਾਂ ਨੇ ਕਿਹਾ ਕਿ ਅੱਜ ਦੀ ਘਟਨਾ ਵਿੱਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਡੇ ਕੋਲ ਹੈ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਮੈਡੀਕਲ ਜਾਂਚ ਪੂਰੀ ਹੋਣ ਤੱਕ ਅਸੀਂ ਮੌਤ ਦੇ ਕਾਰਨਾਂ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ। ਪੈਨਿਆ ਨੇ ਕਿਹਾ ਕਿ ਰੈਪਰ ਟ੍ਰੈਵਿਸ ਸਕੌਟ ਦੇ ਐਸਟ੍ਰੋ ਵਰਲਡ ਫੈਸਟੀਵਲ ਵਿੱਚ ਤਕਰੀਬਨ 5000 ਲੋਕਾਂ ਦੀ ਭੀੜ ਸੀ। ਹਿਊਸਟਨ ਪੁਲਿਸ ਨੇ ਕਿਹਾ ਕਿ ਉਹ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਰਨ ਦੇ ਕਾਰਨਾਂ ਦੀ ਜਾਂਚ ਕਰ ਰਹੇ ਨੇ ਤੇ ਇਸ ਲਈ ਮਿਊਜ਼ਿਕ ਐਰੀਨਾ ਦੇ ਵੀਡੀਓ ਫੁਟੇਜ ਦੀ ਜਾਂਚ ਕਰ ਰਹੇ ਨੇ। ਅਮਰੀਕਾ ਦੀ ਆਈਡਾਹੋ ਸਟੇਟ ਦੇ ਇੱਕ ਵਿਅਕਤੀ ਦੀ ਰੇਬੀਜ਼ ਵਾਇਰਸ ਦੀ ਲਾਗ ਤੋਂ ਬਾਅਦ ਮੌਤ ਹੋ ਗਈ। ਆਈਡਾਹੋ ਵਿੱਚ 1978 ਤੋਂ ਬਾਅਦ ਇਹ ਰੇਬੀਜ਼ ਦਾ ਪਹਿਲਾ ਮਨੁੱਖੀ ਮਾਮਲਾ ਦੱਸਿਆ ਗਿਆ ਹੈ। ਆਈਡਾਹੋ ਦੇ ਸਿਹਤ ਅਤੇ ਭਲਾਈ ਵਿਭਾਗ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਬॉयਜ਼ ਕਾਉਂਟੀ ਦੇ ਇੱਕ ਵਿਅਕਤੀ ਨੂੰ ਇੱਕ ਚਮਗਿੱਦੜ ਤੋਂ ਰੇਬੀਜ਼ ਦਾ ਸੰਕਰਮਣ ਹੋਇਆ ਹੈ, ਜੋ ਕਿ ਅਗਸਤ ਵਿੱਚ ਉਸਦੇ ਘਰ ਉੱਤੇ ਉੱਡ ਰਿਹਾ ਸੀ ਅਤੇ ਉਸਦੇ ਕੱਪੜਿਆਂ ਵਿੱਚ ਫਸ ਗਿਆ ਸੀ। ਇਸ ਵਿਅਕਤੀ ਨੂੰ ਸ਼ੁਰੂ ਵਿੱਚ ਇੱਕ ਗੱਲ ਦਾ ਪਤਾ ਨਹੀਂ ਸੀ ਕਿ ਚਮਗਿੱਦੜ ਨੇ ਉਸਨੂੰ ਕੱਟਿਆ ਹੈ, ਪਰ ਅਕਤੂਬਰ ਵਿੱਚ ਉਹ ਬਿਮਾਰ ਹੋ ਗਿਆ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਉਸਦੀ ਮੌਤ ਦੀ ਜਾਂਚ ਵਿੱਚ ਚਮਗਿੱਦੜ ਦੀ ਸ਼ਮੂਲੀਅਤ ਹੋਣ ਦਾ ਖੁਲਾਸਾ ਹੋਇਆ। ਸਤੰਬਰ ਦੇ ਅਖੀਰ ਵਿੱਚ ਇਲੀਨੋਏ ਦੇ ਇੱਕ ਵਿਅਕਤੀ ਦੀ ਵੀ ਰੇਬੀਜ਼ ਨਾਲ ਮੌਤ ਹੋ ਗਈ, ਜਿਸ ਵਿੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ 1954 ਤੋਂ ਬਾਅਦ ਰਾਜ ਦਾ ਪਹਿਲਾ ਮਨੁੱਖੀ ਕੇਸ ਸੀ। ਸਿਹਤ ਅਧਿਕਾਰੀਆਂ ਅਨੁਸਾਰ ਆਈਡਾਹੋ ਵਿੱਚ 1 ਸਾਲ 14 ਚਮਗਿੱਦੜਾਂ ਨੇ ਰੇਬੀਜ਼ ਲਈ ਪੋਜ਼ਿਟਿਵ ਟੈਸਟ ਕੀਤਾ ਅਤੇ 2020 ਵਿੱਚ ਟੈਸਟ ਕੀਤੇ ਗਏ 159 ਚਮਗਿੱਦੜਾਂ ਚੋਂ 11% ਰੇਬੀਜ਼ ਨਾਲ ਪਛਾਣੇ ਗਏ ਸਨ। CDC ਦੇ ਅਨੁਸਾਰ ਰੇਬੀਜ਼ ਜੰਗਲੀ ਜਾਨਵਰ ਜਿਵੇਂ ਕਿ ਚਮਗਿੱਦੜ, ਰੇਕੂਨ, ਸੰਕਸ, ਕੁੱਤੇ ਅਤੇ ਲੂੰਬੜੀ ਆਦਿ ਦੇ ਕੱਟਣ ਜਾਂ ਖੁਰਚਣ ਨਾਲ ਫੈਲ ਸਕਦਾ ਹੈ। ਵਿਦੇਸ਼ ਦੀ ਧਰਤੀ ਤੇ ਪੰਜਾਬੀਆਂ ਵੱਲੋਂ ਮੱਲਾਂ ਮਾਰਨ ਦੀ ਫੇਰਿਸਤ ਵਿੱਚ ਇੱਕ ਹੋਰ ਨਾਮ ਜੁੜਿਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨਾਲ ਸੰਬੰਧਿਤ ਨੌਜਵਾਨ ਪਰਮਜੀਤ ਸਿੰਘ ਆਸੀ ਅਮਰੀਕਾ ਦੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਿੱਚ ਅਫਸਰ ਬਣਿਆ ਹੈ। ਸਤਨਾਮ ਸਿੰਘ ਅਤੇ ਸਰਬਜੀਤ ਕੌਰ ਦੇ ਹੋਣਹਾਰ ਪੁੱਤਰ ਦੇ ਇਸ ਪ੍ਰਾਪਤੀ ਤੇ ਪੂਰਾ ਟਾਂਡਾ ਨਗਰ ਤੇ ਪੂਰਾ ਪੰਜਾਬ ਫਖਰ ਮਹਿਸੂਸ ਕਰ ਰਿਹਾ। ਹੁਣ ਉਸਨੇ ਸਖਤ ਮਿਹਨਤ ਕਰਕੇ NYPD ਵਿੱਚ ਸਥਾਨ ਬਣਾਇਆ ਹੈ। ਹੁਣ ਚੋਣ ਤੋਂ ਬਾਅਦ ਸਿਖਲਾਈ ਪੂਰੀ ਕਰਕੇ ਉਹ ਆਪਣੀ ਡਿਊਟੀ ਸੰਭਾਲ ਲਏਗਾ। ਇਸ ਮੌਕੇ ਪਰਮਜੀਤ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਉਸ ਨੂੰ ਵਧਾਈ ਦਿੱਤੀ ਹੈ। ਫੌਜੀਆਂ ਵਰਗੀ ਵਰਦੀ ਵਿੱਚ 22 ਸਾਲਾ ਵਿਅਕਤੀ ਨੇ ਲਾਸ ਵੇਗਾਸ ਵਿੱਚ ਇੱਕ ਦੁਕਾਨ ਦੇ ਬਾਹਰ ਤੇ ਅੰਦਰ ਘੱਟ ਤੋਂ ਘੱਟ 20 ਗੋਲੀਆਂ ਚਲਾਈਆਂ, ਜਿਸ ਵਿੱਚ ਦੁਕਾਨ ਦੇ ਬਾਹਰ ਖੜੀ ਕਾਰ ਵਿੱਚ ਬੈਠੇ ਇੱਕ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਘਟਨਾ ਵਿੱਚ ਦੁਕਾਨ ਦੇ ਕੰਪਲੈਕਸ ਵਿੱਚ ਮੌਜੂਦ ਗਾਹਕ ਸੁਰੱਖਿਅਤ ਸਥਾਨ ਤੇ ਲੁਕ ਗਏ, ਜਿਸ ਨਾਲ ਕਾਫੀ ਬਚਾਅ ਹੋ ਗਿਆ। ਇੱਕ ਸਰਕਾਰੀ ਵਕੀਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੱਕੀ ਜੀਸਸ ਜੇਸ਼ਵੀਅਰ ਉਰਬੇ ਨੇ ਦੱਖਣੀ ਪੱਛਮੀ ਲਾਸ ਵੇਗਾਸ ਦੇ ਇੱਕ ਘਰ ਤੋਂ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸਨੇ ਗ੍ਰਿਫਤਾਰੀ ਤੋਂ ਬਾਅਦ ਕਤਲ ਦੇ ਯਤਨ ਸਮੇਤ ਕਈ ਦੋਸ਼ਾਂ ਵਿੱਚ ਅਦਾਲਤ ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਉਰੀਬੇ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਜੱਜ ਨੇ ਉਸ ਨੂੰ ਮੰਗਲਵਾਰ ਲੁੱਟ-ਖੋਹੀ, ਚੋਰੀ ਤੇ ਹਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਹੋਰ ਦੋਸ਼ਾਂ ਵਿੱਚ ਲਾਸ ਵੇਗਾਸ ਜਸਟਿਸ ਕੋਰਟ ਵਿੱਚ ਸੁਣਵਾਈ ਹੋਣ ਤੱਕ ਬਿਨਾਂ ਜ਼ਮਾਨਤ ਦੇ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ। ਸਰਕਾਰੀ ਵਕੀਲ ਰਿਚਰਡ ਸਕੋ ਨੇ ਬਾਅਦ ਵਿੱਚ ਦੱਸਿਆ ਕਿ ਪੁਲਿਸ ਨੂੰ ਦੁਕਾਨ ਦੇ ਬਾਹਰ 13 ਗੋਲੀਆਂ ਮਿਲੀਆਂ। ਕ੍ਰਿਟਿਸ ਲਿਓਨ ਅਬਰਾਹਮ ਦੁਕਾਨ ਦੇ ਬਾਹਰ ਆਪਣੀ ਪ੍ਰੇਮਿਕਾ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਕਈ ਵਾਰ ਗੋਲੀ ਮਾਰੀ ਗਈ। ਪੁਲਿਸ ਨੇ ਦੱਸਿਆ ਕਿ ਹਸਪਤਾਲ ਵਿੱਚ ਅਬਰਾਹਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਉਰੀਬੇ ਨੇ ਦੁਕਾਨ ਦੇ ਬਾਹਰ ਇੱਕ ਖਾਲੀ ਵਾਹਨ ਵਿੱਚ ਵੀ ਗੋਲੀ ਮਾਰੀ। ਇਸ ਤੋਂ ਪਹਿਲਾਂ ਵੀਡੀਓ ਫੁਟੇਜ ਵਿੱਚ ਉਸ ਨੂੰ ਹੈਂਡਗਨ ਤੇ ਗਨ ਬੈਲਟ ਪਹਿਨੇ ਦੇਖਿਆ ਗਿਆ ਸੀ। ਸਕੌ ਨੇ ਦੱਸਿਆ ਕਿ ਅਬਰਾਹਮ ਦੀ ਪ੍ਰੇਮਿਕਾ ਇੱਕ ਸਟੋਰ ਕਲਰਕ ਦੇ ਨਾਲ ਰੈਫਰੀਜਰੇਟਰ ਕੂਲਰ ਵਿੱਚ ਲੁਕ ਗਈ, ਜਦਕਿ ਹੋਰ ਲੋਕ ਪਿਛਲੇ ਦਰਵਾਜ਼ੇ ਰਾਹੀਂ ਭੱਜ ਗਏ।
ਕੈਨੇਡਾ ਦੇ ਹਜ਼ਾਰਾਂ ਬਜ਼ੁਰਗਾਂ ਦੀ ਮਹੀਨਾਵਾਰ ਆਮਦਨ ਵਿੱਚ ਅਚਨਚੇਤ ਕਟੌਤੀ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਨੇ ਮਹਾਮਾਰੀ ਦੌਰਾਨ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਅਧੀਨ ਫੈਡਰਲ ਸਰਕਾਰ ਤੋਂ ਆਰਥਿਕ ਸਹਾਇਤਾ ਪ੍ਰਾਪਤ ਕੀਤੀ। ਬਜ਼ੁਰਗਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਮਕਸਦ ਤਹਿਤ ਫੈਡਰਲ ਸਰਕਾਰ ਵੱਲੋਂ ਗਰੰਟੀਡ ਇਨਕਮ ਸਪਲੀਮੈਂਟ ਦਿੱਤੀ ਜਾਂਦੀ ਹੈ, ਪਰ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਦੀ ਪੂਰੇ ਸਾਲ ਦੀ ਆਮਦਨ ਰੱਦ ਕਰ ਦਿੱਤੀ ਗਈ ਹੈ। ਮੌਜੂਦਾ ਵਰੇ ਦੌਰਾਨ ਗਰੰਟੀਡ ਇਨਕਮ ਸਪਲੀਮੈਂਟ ਅਧੀਨ ਵੱਧ ਤੋਂ ਵੱਧ ਮਹੀਨਾਵਾਰ ਅਦਾਇਗੀ $949 ਦਰਜ ਕੀਤੀ ਗਈ, ਪਰ ਜੈਨੇਟ ਮੈਕਲੌਡ ਵਰਗੇ ਕਈ ਬਜ਼ੁਰਗ ਆਪਣੀ ਪੂਰੀ ਆਮਦਨ ਤੋਂ ਹੱਥ ਧੋ ਬੈਠੇ। ਉਹਨਾਂ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਵਿੱਚ ਜਦੋਂ ਉਹ 2020 ਦਾ ਟੈਕਸ ਭਰ ਰਹੇ ਸੀ ਤਾਂ ਉਸ ਨੂੰ ਦੱਸਿਆ ਕਿ ਤੁਹਾਡੀ ਕਮਾਈ ਬਹੁਤ ਜ਼ਿਆਦਾ ਹੋ ਗਈ ਹੈ, ਜਿਸ ਕਾਰਨ GIS ਦੇ ਹੱਕਦਾਰ ਨਹੀਂ ਰਹਿ ਗਏ। ਕੈਨੇਡਾ ਦੇ ਬਜ਼ੁਰਗ ਮਾਮਲਿਆਂ ਬਾਰੇ ਮੰਤਰੀ ਕਮਲ ਖੈਰਾ ਦੇ ਬੁਲਾਰੇ ਸਕਾਟ ਬਰਾਡਜ਼ਲੀ ਨੇ ਇਸ ਬਾਰੇ ਕਿਹਾ ਕਿ GIS ਦਾ ਲਾਭ $2 ਦੀ ਆਮਦਨ ਪਿੱਛੇ $1 ਰਹਿ ਗਿਆ, ਪਰ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਰਾਹੀਂ ਬਜ਼ੁਰਗ ਕਿਤੇ ਜ਼ਿਆਦਾ ਰਕਮ ਹਾਸਲ ਕਰ ਚੁੱਕੇ ਹਨ। ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਗੁਰਪੁਰਬ ਮੌਕੇ 20 ਨਵੰਬਰ ਨੂੰ ਨਗਰ ਕੀਰਤਨ ਸਜਾਇਆ ਜਾਏਗਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਏ ਜਾ ਰਹੇ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਕੈਨੇਡਾ ਵਿੱਚ 2 ਸਾਲ ਬਾਅਦ ਇਹ ਪਹਿਲਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜਿਹੜਾ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸ਼ੁਰੂ ਹੋਏਗਾ। ਗੁਰਦੁਆਰਾ ਸੁਸਾਇਟੀ ਨੇ ਇਹ ਫੈਸਲਾ ਲੈਣ ਵਿੱਚ ਸਹਿਯੋਗ ਦੇਣ ਤੇ ਸਾਰੇ ਭਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ। ਗੁਰਪੁਰਬ ਦੇ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ 19 ਨਵੰਬਰ ਤੋਂ ਸ਼ੁਰੂ ਹੋ ਜਾਣਗੇ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਬੇਨਤੀ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਯੂਰਪ ਵਿੱਚ ਕੋਵਿਡ-19 ਇਨਫੈਕਸ਼ਨ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਹਿੱਸੇ ਵਿੱਚ ਅਗਲੇ ਸਾਲ ਫਰਵਰੀ ਤੱਕ ਹੋਰ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਦੱਸ ਦਈਏ ਕਿ ਯੂਰੋਪੀਅਨ ਯੂਨੀਅਨ ਦੀ ਏਜੰਸੀ ਯੂਰੋਪੀਅਨ ਸੈਂਟਰ ਫਾਰ ਡਿਜ਼ੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ ਮੁਤਾਬਕ 4 ਨਵੰਬਰ ਤੱਕ ਵੱਖ-ਵੱਖ ਦੇਸ਼ਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤੱਕ ਇੱਥੇ 8 ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੌਤ ਹੋ ਚੁੱਕੀ ਹੈ। WHO ਦੀ ਯੂਰੋਪੀਅਨ ਇਕਾਈ ਦੇ ਡਾਇਰੈਕਟਰ ਹਾਂਸ ਕਲੂਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਯੂਰੋਪੀਅਨ ਖੇਤਰ ਦੇ 53 ਦੇਸ਼ਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਦੀ ਮੌਜੂਦਾ ਰਫ਼ਤਾਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਇਨਫੈਕਸ਼ਨ ਦੀ ਮੌਜੂਦਾ ਰਫ਼ਤਾਰ ਹੀ ਬਣੀ ਰਹੀ ਤਾਂ ਅਗਲੇ ਸਾਲ ਫਰਵਰੀ ਤੱਕ ਇੱਥੇ ਕੋਵਿਡ-19 ਨਾਲ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਕਲੂਜ਼ ਨੇ ਡੈਨਮਾਰਕ ਦੇ ਕੋਪਨਹੇਗਨ ਵਿੱਚ ਸਥਿਤ WHO ਯੂਰਪ ਦੇ ਹੈੱਡਕੁਆਰਟਰ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਮਹਾਮਾਰੀ ਦੇ ਦੁਬਾਰਾ ਵਧਣ ਦੇ ਇੱਕ ਹੋਰ ਮਹੱਤਵਪੂਰਨ ਬਿੰਦੂ ਤੇ ਹਾਂ। ਉਹਨਾਂ ਨੇ ਕਿਹਾ ਕਿ ਯੂਰਪ ਮਹਾਮਾਰੀ ਦੇ ਕੇਂਦਰ ਵਿੱਚ ਵਾਪਸ ਆ ਗਿਆ ਹੈ, ਜਿੱਥੇ ਅਸੀਂ 1 ਸਾਲ ਪਹਿਲਾਂ ਸੀ। ਉਹਨਾਂ ਨੇ ਕਿਹਾ ਕਿ ਹੁਣ ਅੰਤਰ ਇਹ ਹੈ ਕਿ ਸਿਹਤ ਅਧਿਕਾਰੀ ਵਾਇਰਸ ਦੇ ਬਾਰੇ ਵਿੱਚ ਜਾਣਦੇ ਨੇ ਅਤੇ ਇਸ ਨਾਲ ਨਜਿੱਠਣ ਲਈ ਬਿਹਤਰ ਉਪਕਰਣ ਉਪਲਬਧ ਹਨ। ਇਸ ਵਾਰ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਸਿੱਖ ਸੰਗਤ ਦਾ ਜਥਾ 17 ਨਵੰਬਰ ਨੂੰ ਪਾਕਿਸਤਾਨ ਜਾਏਗਾ ਤੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ। ਕੋਰੋਨਾ ਕਾਰਨ ਸਿੱਖ ਸੰਗਤ ਦਾ ਜਥਾ ਪਿਛਲੇ ਸਾਲ ਪਾਕਿਸਤਾਨ ਨਹੀਂ ਜਾ ਸਕਿਆ ਸੀ, ਜਿਸ ਕਾਰਨ ਇਸ ਸਾਲ ਸ਼ਰਧਾਲੂਆਂ ਵਿੱਚ ਹੋਰ ਵੀ ਉਤਸ਼ਾਹ ਹੈ। ਦੂਜੇ ਪਾਸੇ ਸਿੱਖ ਜਥੇਬੰਦੀਆਂ ਕੇਂਦਰ ਸਰਕਾਰ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਰ ਰਹੀਆਂ ਨੇ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖਾਂ ਦਾ ਜਥਾ ਪਾਕਿਸਤਾਨ ਭੇਜਿਆ ਜਾ ਰਿਹਾ। ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਜ਼ਰੂਰੀ ਨੇ। ਇਸ ਤੋਂ ਇਲਾਵਾ ਪਾਕਿਸਤਾਨੀ ਦੂਤਘਰ ਨੇ ਸ਼੍ਰੋਮਣੀ ਕਮੇਟੀ ਨੂੰ ਫੋਨ ਤੇ ਸੂਚਿਤ ਕੀਤਾ ਹੈ ਕਿ ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ 72 ਘੰਟੇ ਪੁਰਾਣੀ RT ਟੈਸਟ ਦੀ ਰਿਪੋਰਟ ਹੋਣੀ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਲਈ ਕੈਂਪ ਲਗਾਇਆ ਜਾਏਗਾ। ਇਹ ਕੈਂਪ 72 ਘੰਟੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਜਾਏਗਾ।
ਜਲਵਾਯੂ ਮੁੱਦਿਆਂ ਤੇ ਅਮਰੀਕਾ ਦੇ ਵਿਸ਼ੇਸ਼ ਦੂਤ ਜਾਨ ਕੇਰੀ ਨੇ ਕਿਹਾ ਕਿ ਅਮਰੀਕੀ ਜਲਵਾਯੂ ਵਾਰਤਾਕਾਰਾਂ ਦੀ ਆਪਣੇ ਰੂਸੀ ਅਤੇ ਚੀਨੀ ਹਮਰੁਤਬਾ ਨਾਲ ਇੱਥੇ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਸਾਰਥਕ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਸ਼ਵ ਦੇ ਨੇਤਾਵਾਂ ਦੀ ਮੌਜੂਦਾ ਦੌਰ ਦੇ ਜਲਵਾਯੂ ਗੱਲਬਾਤ ਤੋਂ ਦੂਰ ਰਹੇ। ਕੇਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਦੇ ਪ੍ਰੈਸ ਕਾਨਫਰੰਸ ਵਿੱਚ ਦੇਰੀ ਨਾਲ ਆਏ ਕਿਉਂਕਿ ਅਮਰੀਕੀ ਅਧਿਕਾਰੀ ਸੰਮੇਲਨ ਵਿੱਚ ਰੂਸੀ ਅਧਿਕਾਰੀਆਂ ਨਾਲ ਮੀਥੇਨ ਪ੍ਰਦੂਸ਼ਣ ਘਟਾਉਣ ਦੀਆਂ ਕੋਸ਼ਿਸ਼ਾਂ ਤੇ ਗੱਲਬਾਤ ਕਰ ਰਹੇ ਸਨ। ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੇ ਕਿਹਾ ਹੈ ਕਿ ਗਲਾਸਗੋ ਵਿੱਚ ਸੰਯੁਕਤ ਰਾਸ਼ਟਰ ਦੀ ਜਲਵਾਯੂ ਗੱਲਬਾਤ ਹੁਣ ਤੱਕ ਨਾਕਾਮ ਰਹੀ ਹੈ। ਥਨਬਰਗ ਨੇ ਨੇਤਾਵਾਂ ਤੇ ਨਿਯਮਾਂ ਵਿੱਚ ਜਾਣਬੁੱਝ ਕੇ ਕਮੀਆਂ ਛੱਡਣ ਦਾ ਦੋਸ਼ ਲਗਾਇਆ। ਸੰਮੇਲਨ ਸਥਾਨ ਦੇ ਬਾਹਰ ਇੱਕ ਰੈਲੀ ਵਿੱਚ ਥਨਬਰਗ ਨੇ ਨਾਨ ਵਾਈਡਿੰਗ ਸੰਕਲਪਾਂ ਦੀ ਬਜਾਏ ਪ੍ਰਦੂਸ਼ਣ ਕਰਨ ਵਾਲਿਆਂ ਤੇ ਲਗਾਮ ਲਾਉਣ ਲਈ ਸਖਤ ਨਿਯਮ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਵਿਸ਼ਵ ਦੇ ਨੇਤਾ ਯਕੀਨੀ ਤੌਰ ਤੇ ਸੱਚਾਈ ਤੋਂ ਡਰਦੇ ਨੇ, ਫਿਰ ਵੀ ਭਾਵੇਂ ਉਹ ਕਿੰਨੀ ਵੀ ਕੋਸ਼ਿਸ਼ ਕਰ ਲੈਣ ਉਹ ਇਸ ਤੋਂ ਨਹੀਂ ਬਚ ਸਕਦੇ। ਉਹਨਾਂ ਨੇ ਕਿਹਾ ਉਹ ਵਿਗਿਆਨਕ ਸਹਿਮਤੀ ਤੋਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਤੇ ਉਹ ਆਪਣੇ ਬੱਚਿਆਂ ਸਮੇਤ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਸਵੀਡਨ ਦੀ ਰਹਿਣ ਵਾਲੀ ਗ੍ਰੇਟਾ ਥਨਬਰਗ ਦਾ ਜਨਮ 3 ਜਨਵਰੀ 2003 ਵਿੱਚ ਹੋਇਆ ਸੀ। ਉਸ ਦੀ ਮਾਂ ਮਿਲੇਨਾ ਅਰਮੈਨ ਇੱਕ ਓਪਰਾ ਗਾਇਕਾ ਤੇ ਪਿਤਾ ਸਵਾਂਤੇ ਥਨਬਰਗ ਇੱਕ ਅਦਾਕਾਰ ਹਨ। ਸਾਲ 2018 ਵਿੱਚ ਉਹਨਾਂ ਨੇ 9ਵੀਂ ਜਮਾਤ ਵਿੱਚ ਹੀ ਸਮਾਜਿਕ ਕਾਰਕੁਨ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਲੈਟਿਨ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ ਇੱਕ ਬੱਚਾ 12 ਸੈਂਟੀਮੀਟਰ ਲੰਬੀ ਪੂੰਛ ਦੇ ਨਾਲ ਜੰਮਿਆ ਹੈ। ਇਸ ਬੱਚੇ ਦੀ ਪੂੰਛ ਦਾ ਆਖਰੀ ਹਿੱਸਾ ਕ੍ਰਿਕਟ ਗੇਂਦ ਦੀ ਤਰ੍ਹਾਂ ਗੋਲ ਸੀ। ਬੱਚੇ ਦਾ ਜਨਮ ਕਰਵਾਉਣ ਵਾਲੇ ਡਾਕਟਰਾਂ ਨੇ ਦੱਸਿਆ ਕਿ ਮਨੁੱਖੀ ਪੂੰਛ ਦੇ ਨਾਲ ਬੱਚਾ ਪੈਦਾ ਹੋਣਾ ਅਤਿਅੰਤ ਦੁਰਲਭ ਘਟਨਾ ਹੈ। ਅਜਿਹਾ ਕਰੋੜਾਂ ਵਿੱਚ ਕਿਸੇ ਇੱਕ ਬੱਚੇ ਦੇ ਨਾਲ ਹੀ ਹੁੰਦਾ ਹੈ। ਇਸ ਬੱਚੇ ਦੇ ਜਨਮ ਨਾਲ ਜੁੜੀ ਜਾਣਕਾਰੀ ਅਤੇ ਤਸਵੀਰਾਂ ਇੱਕ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ। ਇਸ ਬੱਚੇ ਦਾ ਜਨਮ ਬ੍ਰਾਜ਼ੀਲ ਦੇ ਉੱਤਰ ਪੂਰਬ ਵਿੱਚ ਸਥਿਤ ਕੰਢੀ ਸ਼ਹਿਰ ਫੋਰਟਾਲੇਜ਼ਾ ਦੇ ਅਲਬਰਟਸਵਿਨ ਚਿਲਡਰਨ ਹਸਪੀਟਲ ਵਿੱਚ ਹੋਇਆ ਸੀ। ਇਹ ਘਟਨਾ ਜਨਵਰੀ 2021 ਦੀ ਦੱਸੀ ਜਾ ਰਹੀ ਹੈ। ਇਹ ਬੱਚਾ ਸਮੇਂ ਤੋਂ ਪਹਿਲਾਂ ਲਗਭਗ 35 ਹਫ਼ਤੇ ਦੇ ਗਰਭ ਤੋਂ ਬਾਅਦ ਪੈਦਾ ਹੋਇਆ। ਅਲਟਰਾਸਾਊਂਡ ਸਕੈਨ ਤੋਂ ਬਾਅਦ ਬੱਚੇ ਦੇ ਨਰਵਸ ਸਿਸਟਮ ਨਾਲ ਪੂੰਛ ਦੇ ਜੁੜੇ ਹੋਣ ਦੇ ਕਈ ਸਬੂਤ ਨਹੀਂ ਮਿਲੇ ਸੀ। ਜਰਨਲ ਆਫ ਪੀਡੀਆਟ੍ਰਿਕ ਸਰਜਰੀ ਕੇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਆਪਰੇਸ਼ਨ ਦੌਰਾਨ ਬੱਚੇ ਨੂੰ ਕੋਈ ਤਕਲੀਫ ਨਹੀਂ ਹੋਈ। ਬੱਚੇ ਦੇ ਪੈਦਾ ਹੋਣ ਤੋਂ ਬਾਅਦ ਉਸ ਦੀ ਅਜੀਬ ਸਰੀਰਕ ਬਣਾਵਟ ਦੇਖਦੇ ਹੋਏ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਕਰਕੇ ਉਸ ਪੂੰਛ ਨੂੰ ਸਫਲਤਾਪੂਰਵਕ ਕੱਢ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਗਰਭ ਧਾਰਨ ਦੇ 4 ਤੋਂ 8 ਹਫ਼ਤੇ ਦੇ ਵਿੱਚ ਸਾਰੇ ਬੱਚਿਆਂ ਦੇ ਭਰੂਣ ਵਿੱਚ ਇੱਕ ਪੂੰਛ ਵਿਕਸਿਤ ਹੁੰਦੀ ਹੈ, ਪਰ ਬਾਅਦ ਵਿੱਚ ਉਹ ਆਮ ਤੌਰ ਤੇ ਸਰੀਰ ਵਿੱਚ ਸਮਾ ਜਾਂਦੀ ਹੈ। ਪਰ ਅਤਿਅੰਤ ਦੁਰਲਭ ਮਾਮਲਿਆਂ ਵਿੱਚ ਅਜਿਹਾ ਨਹੀਂ ਹੁੰਦਾ ਤੇ ਪੂੰਛ ਵੱਧਦੀ ਰਹਿ ਸਕਦੀ ਹੈ। ਜਦ ਇਹ ਬੱਚਾ ਪੈਦਾ ਹੋਇਆ ਤਦ ਇਸ ਬੱਚੇ ਦੀ ਪੂੰਛ 12 ਸੈਂਟੀਮੀਟਰ ਤੱਕ ਵੱਧ ਚੁੱਕੀ ਸੀ। ਇਸ ਪੂੰਛ ਦੇ ਆਖਰੀ ਹਿੱਸੇ ਵਿੱਚ 4 ਸੈਂਟੀਮੀਟਰ ਵਿਆਸ ਦੀ ਇੱਕ ਗੇਂਦ ਵੀ ਬਣੀ ਹੋਈ ਸੀ। ਇਸ ਬੱਚੇ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਨੋਟ ਕੀਤਾ ਕਿ ਪੂੰਛ ਵਿੱਚ ਹੱਡੀ ਦਾ ਕੋਈ ਹਿੱਸਾ ਨਹੀਂ ਸੀ। ਮੈਡੀਕਲ ਸਾਇੰਸ ਦੇ ਇਤਿਹਾਸ ਵਿੱਚ ਅਜੇ ਤੱਕ ਬਗੈਰ ਹੱਡੀ ਦੇ ਪੂੰਛ ਨਾਲ ਜਨਮ ਲੈਣ ਦੇ ਕੁੱਲ 40 ਮਾਮਲੇ ਦਰਜ ਹਨ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪੂੰਛ ਨੂੰ ਹਟਾਉਣ ਦਾ ਕੀ ਕਾਰਨ ਸੀ। ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਨਾ ਉਠਾਉਣ ਦੇ ਰੋਸ ਵਜੋਂ ਕਿਸਾਨਾਂ ਨੇ ਵੱਖ-ਵੱਖ ਥਾਵਾਂ ਤੇ ਫਿਲਮ ਅਦਾਕਾਰ ਅਕਸ਼ੇ ਕੁਮਾਰ ਦੇ ਫਿਲਮ ਸੂਰਿਆਵੰਸ਼ੀ ਦਾ ਵਿਰੋਧ ਕੀਤਾ। ਮਾਨਸਾ ਦੇ ਗ੍ਰੈਂਡ ਮਾਲ ਵਿੱਚ ਕਿਸਾਨਾਂ ਨੇ ਫਿਲਮ ਬੰਦ ਕਰਵਾ ਕੇ ਪੋਸਟਰ ਪਾੜੇ ਤੇ ਅਦਾਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਫਿਲਮ ਅਦਾਕਾਰ ਸਨੀ ਦਿਓਲ, ਅਕਸ਼ੇ ਕੁਮਾਰ ਅਤੇ ਕੰਗਣਾ ਰਣੌਤ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਨੇ। ਇਹਨਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਕਰਕੇ ਕਿਸਾਨਾਂ ਦਾ ਫੈਸਲਾ ਹੈ ਕਿ ਉਹ ਇਹਨਾਂ ਅਦਾਕਾਰਾਂ ਦੀਆਂ ਫਿਲਮਾਂ ਸੂਬੇ ਦੇ ਸਿਨੇਮਾ ਘਰਾਂ ਵਿੱਚ ਨਹੀਂ ਚੱਲਣ ਦੇਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਪਰਮਜੀਤ ਸਿੰਘ ਤੇ ਮਲਕੀਤ ਸਿੰਘ ਗਾਗੋਵਾਲ ਸਮੇਤ ਕੁਝ ਨੌਜਵਾਨ ਕਿਸਾਨੀ ਝੰਡੇ ਲੈ ਕੇ ਮਾਲ ਵਿੱਚ ਪਹੁੰਚੇ ਤੇ ਉਹਨਾਂ ਫਿਲਮ ਦਾ ਵਿਰੋਧ ਕੀਤਾ। ਉਹਨਾਂ ਮਾਲ ਮਾਲਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਉਕਤ ਫਿਲਮ ਨੂੰ ਨਹੀਂ ਚੱਲਣ ਦੇਣਗੇ, ਜਿਸ ਮਗਰੋਂ ਮਾਲ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਸਿਨੇਮਾ ਘਰਾਂ ਵਿੱਚ ਫਿਲਮ ਨਹੀਂ ਚਲਾਉਣਗੇ। ਕਿਸਾਨ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਾ ਖੜਨ ਵਾਲੇ ਅਦਾਕਾਰਾਂ ਦਾ ਵਿਰੋਧ ਜਾਰੀ ਰਹੇਗਾ। ਇਹਨਾਂ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਵੀ ਡਟਵਾਂ ਵਿਰੋਧ ਕੀਤਾ ਜਾਏਗਾ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।